ਕਨਫਿਊਜ਼ਡ। ਸੋ ਕੋਈ ਸੀਰੀਜ਼ ਦਿੱਤੀ ਹੈ, ਅਸੀਂ ਉਹਦੇ ਲਈ ਕਿਹੜਾ ਟੈਸਟ ਅਪਲਾਈ ਕਰਾਂਗੇ। ਇਹ ਸਭ ਤੋਂ ਹਾਰਡ ਪ੍ਰੋਬਲਮ ਹੈ ਸਟੂਡੈਂਟਸ ਨੂੰ ਸੀਰੀਜ਼ ਦਾ ਚੈਪਟਰ ਕਰਨ ਵਿੱਚ। ਸੋ ਟੈਸਟ ਦੀ ਸਿਲੈਕਸ਼ਨ ਕਿਵੇਂ ਕਰਨੀ ਹੈ ਸੀਰੀਜ਼ ਦੀ ਕਨਵਰਜੈਂਸ ਡਾਇਵਰਜੈਂਸ ਲਈ, ਇਹ ਆਪਾਂ ਚਲੋ ਡਿਸਕਸ ਕਰਦੇ ਹਾਂ। ਗੁੱਡ ਮਾਰਨਿੰਗ ਸਟੂਡੈਂਟਸ। ਸੋ ਅੱਜ ਆਪਾਂ ਸੀਕੁਐਂਸ ਐਂਡ ਸੀਰੀਜ਼ ਦੇ ਲੈਕਚਰ ਦਾ ਨੈਕਸਟ ਪਾਰਟ ਲੈ ਕੇ ਆ ਰਹੇ ਹਾਂ। ਇਹਦੇ ਵਿੱਚ ਅਸੀਂ ਸੀਰੀਜ਼ ਦੇ ਟੈਸਟ ਦੀ ਸਿਲੈਕਸ਼ਨ ਬਾਰੇ ਗੱਲ ਕਰਾਂਗੇ। ਜਦੋਂ ਵੀ ਸਟੂਡੈਂਟਸ ਸੀਰੀਜ਼ ਚੈਪਟਰ ਪੜ੍ਹਦੇ ਨੇ ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹੀ ਸਾਨੂੰ ਆਉਂਦੀ ਹੈ ਕਿ ਕਿਸੇ ਵੀ ਸੀਰੀਜ਼ ਲਈ ਕਿਸੇ ਟੈਸਟ ਦੀ ਸਿਲੈਕਸ਼ਨ ਕਿਵੇਂ ਕਰਨੀ ਹੈ। ਸੋ ਅੱਜ ਅਸੀਂ ਉਹੀ ਡਿਸਕਸ ਕਰਨ ਜਾ ਰਹੇ ਹਾਂ ਕਿ ਜਦੋਂ ਸਾਨੂੰ ਸੀਰੀਜ਼ ਗਿਵਨ ਹੋਏਗੀ ਅਸੀਂ ਟਾਈਮ ਸੇਵਿੰਗ ਕਰਨ ਲਈ ਸੀਰੀਜ਼ ਦੇ ਨੇਚਰ ਤੋਂ ਹੀ ਕਿਵੇਂ ਸਿਲੈਕਟ ਕਰਨਾ ਹੈ ਕਿ ਸੀਰੀਜ਼ ਦੇ ਲਈ ਕਿਹੜਾ ਟੈਸਟ ਜਿਹੜਾ ਹੈ ਐਪਲੀਕੇਬਲ ਹੋਏਗਾ। ਸੋ ਫਸਟ ਆਫ ਆਲ ਵੀ ਡਿਸਕਸ ਜਿਓਮੈਟ੍ਰਿਕ ਸੀਰੀਜ਼ ਟੈਸਟ। ਜਿਓਮੈਟ੍ਰਿਕ ਸੀਰੀਜ਼ ਟੈਸਟ ਦੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੋਏਗੀ, ਅਸੀਂ ਸੀਰੀਜ਼ 'ਚ ਜੇ ਸਾਨੂੰ ਕੋਈ ਫਿਕਸਡ ਰੇਸ਼ੋ ਮਿਲ ਰਹੀ ਹੈ ਤਾਂ ਉਹਦੇ ਅਸੀਂ ਜਿਓਮੈਟ੍ਰਿਕ ਸੀਰੀਜ਼ ਦਾ ਟੈਸਟ ਅਪਲਾਈ ਕਰਾਂਗੇ। ਫੋਰ ਐਗਜ਼ਾਮਪਲ ਇਹ ਜਿਹੜੀਆਂ ਸਾਨੂੰ ਸੀਰੀਜ਼ ਦਿੱਤੀਆਂ ਹੋਈਆਂ ਨੇ, ਜਿਸ 'ਚੋਂ ਫਸਟ ਸੀਰੀਜ਼ ਅਸੀਂ ਦੇਖੀਏ ਸਮੇਸ਼ਨ 3 ਰੇਜ਼ ਪਾਵਰ n 5 ਰੇਜ਼ ਪਾਵਰ n-1। ਸੋ ਇਹਦੇ ਵਿੱਚੋਂ ਸਾਨੂੰ 3/5 ਜਿਹੜੀ ਹੈ ਫਿਕਸਡ ਰੇਸ਼ੋ ਮਿਲ ਰਹੀ ਹੈ, ਬਟ ਥੋੜ੍ਹਾ ਜਿਹਾ ਇਹਨੂੰ ਸਾਨੂੰ ਸੋਲਵ ਕਰਨਾ ਪਏਗਾ। 3/5 ਰੇਜ਼ ਪਾਵਰ n-1। ਸੋ ਇਹ ਹੁਣ ਜਿਹੜੀ ਹੈ ਜਿਓਮੈਟ੍ਰਿਕ ਸੀਰੀਜ਼ ਬਣ ਜਾਏਗੀ ਵਿਦ ਕਾਮਨ ਰੇਸ਼ੋ 3/5। ਸੋ ਇਹ ਜਿਹੜੀ ਸੀਰੀਜ਼ ਹੈ ਇਹ ਕਨਵਰਜ ਕਰ ਜਾਏਗੀ ਕਿਉਂਕਿ ਜਿਹੜੀ ਕਾਮਨ ਰੇਸ਼ੋ ਹੈ 3/5 ਇਜ਼ ਲੈਸ ਦੈਨ 1 ਬਾਏ ਜਿਓਮੈਟ੍ਰਿਕ ਟੈਸਟ। ਨੈਕਸਟ ਇਹਨਾਂ ਵਿੱਚੋਂ ਜਿੱਤੇ ਜਿਓਮੈਟ੍ਰਿਕ ਸੀਰੀਜ਼ ਦਾ ਟੈਸਟ ਲੱਗੇਗਾ ਉਹ ਹੈ 14th ਸਮ। 14th ਦੇ ਵਿੱਚ ਜੇ ਅਸੀਂ ਦੇਖੀਏ ਸਮੇਸ਼ਨ e ਰੇਜ਼ ਪਾਵਰ -n ਵਿਚ ਵਿਲ ਬੀ ਇਕੁਅਲ ਟੂ ਸਮੇਸ਼ਨ 1/e ਰੇਜ਼ ਪਾਵਰ n। ਸੋ ਇਹਦੀ ਕਾਮਨ ਰੇਸ਼ੋ ਜਿਹੜੀ ਸਾਡੇ ਕੋਲ ਆ ਜਾਏਗੀ 1/e ਆ ਜਾਏਗੀ ਵਿਚ ਇਜ਼ ਲੈਸ ਦੈਨ 1। ਸੋ ਇਹ ਸੀਰੀਜ਼ ਜਿਹੜੀ ਹੈ ਕਨਵਰਜ ਕਰ ਜਾਏਗੀ। ਸੋ ਜਿਓਮੈਟ੍ਰਿਕ ਸੀਰੀਜ਼ ਦੇ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜਾ ਪੁਆਇੰਟ ਹੋਏਗਾ ਕਿ ਜੇ ਸਾਨੂੰ ਸੀਰੀਜ਼ ਦੇ ਵਿੱਚ ਕੋਈ ਫਿਕਸਡ ਰੇਸ਼ੋ ਮਿਲ ਰਹੀ ਹੈ ਦੈਨ ਅਸੀਂ ਉਹਦੇ 'ਤੇ ਜਿਓਮੈਟ੍ਰਿਕ ਸੀਰੀਜ਼ ਦਾ ਟੈਸਟ ਜਿਹੜਾ ਹੈ ਅਪਲਾਈ ਕਰਾਂਗੇ। ਨੈਕਸਟ ਸਾਡੇ ਕੋਲ ਜਿਹੜਾ ਟੈਸਟ ਹੈ ਅਲਟਰਨੇਟਿੰਗ ਟੈਸਟ, ਜਿਹਨੂੰ ਅਸੀਂ ਲਿਬਨੀਜ਼ ਟੈਸਟ ਵੀ ਕਹਿੰਦੇ ਹਾਂ। ਅਲਟਰਨੇਟਿੰਗ ਸੀਰੀਜ਼ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਸਾਡੇ ਕੋਲ ਜਿਹੜੀਆਂ ਸੀਰੀਜ਼ ਨੇ 3rd ਸੀਰੀਜ਼ ਹੈ, 4th ਸੀਰੀਜ਼ ਹੈ ਐਂਡ 13th ਸੀਰੀਜ਼ ਹੈ। ਸੋ ਕਿਸੇ ਸੀਰੀਜ਼ ਨੂੰ ਅਸੀਂ ਅਲਟਰਨੇਟਿੰਗ ਟਰਮਸ ਵੇਖ ਕੇ ਹੀ ਇਹ ਡਿਸਾਈਡ ਨਹੀਂ ਕਰ ਲੈਣਾ ਕਿ ਉੱਥੇ ਲਿਬਨੀਜ਼ ਟੈਸਟ ਲੱਗੇਗਾ। ਇਸ ਤੋਂ ਇਲਾਵਾ ਵੀ ਲਿਬਨੀਜ਼ ਟੈਸਟ ਦੀਆਂ ਕੁਝ ਕੰਡੀਸ਼ਨ ਨੇ। ਉਹ ਸੀਰੀਜ਼ ਜਿਹੜੀ ਹੈ ਡਿਕਰੀਜ਼ਿੰਗ ਸੀਕੁਐਂਸ ਹੋਣੀ ਚਾਹੀਦੀ ਹੈ ਅਤੇ ਉਹ ਸੀਰੀਜ਼ ਜਿਹੜੀ ਹੈ 0 ਨੂੰ ਕਨਵਰਜ ਕਰਨੀ ਚਾਹੀਦੀ ਹੈ ਐਜ਼ n ਅਪਰੋਚਿਸ ਟੂ ਇਨਫਿਨਿਟੀ। ਸੋ ਜੇ ਅਸੀਂ 3rd ਸਮ ਦੇ ਵਿੱਚ ਦੇਖੀਏ ਤਾਂ 1/√n ਜਿਹੜੀ ਹੈ ਇਹ ਮੋਨੋਟੋਨਿਕਲੀ ਡਿਕਰੀਜ਼ਿੰਗ ਸੀਕੁਐਂਸ ਹੈ ਐਂਡ ਆਲਸੋ ਕਨਵਰਜਿੰਗ ਟੂ 0 ਐਜ਼ n ਅਪਰੋਚਿਸ ਟੂ ਇਨਫਿਨਿਟੀ। ਸੋ ਬਾਈ ਲਿਬਨੀਜ਼ ਟੈਸਟ ਇਹ ਜਿਹੜੀ ਸੀਰੀਜ਼ ਹੈ ਇਹ ਕਨਵਰਜੈਂਟ ਹੋ ਜਾਏਗੀ। ਸੇਮ ਸਾਡੇ ਕੋਲ 13th ਸਮ ਹੈ, ਇਹ ਵੀ ਲਿਬਨੀਜ਼ ਟੈਸਟ ਨਾਲ 1/log n ਜਿਹੜੀ ਹੈ ਇਹ ਵੀ ਸਾਡੇ ਕੋਲ ਮੋਨੋਟੋਨਿਕ ਡਿਕਰੀਜ਼ਿੰਗ ਸੀਕੁਐਂਸ ਹੋ ਜਾਏਗੀ ਐਂਡ 1/log n ਅਪਰੋਚਿਸ ਟੂ 0 ਐਜ਼ n ਅਪਰੋਚਿਸ ਟੂ ਇਨਫਿਨਿਟੀ। ਸੋ ਇਹ ਵੀ ਸੀਰੀਜ਼ ਜਿਹੜੀ ਹੈ ਬਾਈ ਲਿਬਨੀਜ਼ ਟੈਸਟ ਕਨਵਰਜ ਕਰ ਜਾਏਗੀ। ਸੋ ਅਲਟਰਨੇਟਿੰਗ ਸੀਰੀਜ਼ ਜਿਹੜੀ ਸਾਡੇ ਕੋਲ 4th ਹੈ ਇਹ ਅਲਟਰਨੇਟਿੰਗ ਸੀਰੀਜ਼ ਤਾਂ ਜ਼ਰੂਰ ਬਣ ਰਹੀ ਹੈ ਬਟ ਇਹ ਲਿਬਨੀਜ਼ ਟੈਸਟ ਦੀਆਂ ਜਿਹੜੀਆਂ ਦੂਸਰੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਸੈਟਿਸਫਾਈ ਨਹੀਂ ਕਰ ਰਹੀ। ਜਿਹੜੀ log n ਸੀਰੀਜ਼ ਹੈ ਉਹ ਜਿਹੜੀ ਹੈ ਮੋਨੋਟੋਨਿਕਲੀ ਡਿਕਰੀਜ਼ਿੰਗ ਸੀਕੁਐਂਸ ਨਹੀਂ ਹੈ। ਸੋ ਇਸ ਕਰਕੇ ਇਹਦੇ 'ਤੇ ਅਸੀਂ ਜਿਹੜਾ ਹੈ ਲਿਬਨੀਜ਼ ਟੈਸਟ ਉਹ ਅਪਲਾਈ ਨਹੀਂ ਕਰ ਸਕਦੇ। ਨੈਕਸਟ ਹੈ ਸਾਡੇ ਕੋਲ ਡਾਇਵਰਜੈਂਸ ਟੈਸਟ। ਡਾਇਵਰਜੈਂਸ ਟੈਸਟ ਜਿਹੜਾ ਹੈ ਬਹੁਤ ਇੰਪੋਰਟੈਂਟ ਟੈਸਟ ਹੈ। ਮੈਂ ਜ਼ਰੂਰ ਤੁਹਾਨੂੰ ਇਹ ਸੁਜੈਸ਼ਨ ਦਊਂਗਾ ਕਿ ਟਰਾਈ ਕਰੋ ਜੇ ਸਟਾਰਟਿੰਗ 'ਚ ਤੁਹਾਡੇ ਕੋਲ ਡਾਇਵਰਜੈਂਸ ਟੈਸਟ ਜੇ ਐਪਲੀਕੇਬਲ ਹੋ ਗਏ ਤਾਂ ਬਹੁਤ ਬੈਨੀਫਿਸ਼ੀਅਲ ਹੋਏਗਾ, ਬਹੁਤ ਟਾਈਮ ਸੇਵ ਕਰੇਗਾ। ਕਿਸੇ ਵੀ ਸੀਰੀਜ਼ ਨੂੰ ਅਸੀਂ ਡਾਇਵਰਜੈਂਟ ਪ੍ਰੂਵ ਕਰਨ ਲਈ ਦੇਖ ਲੈਂਦੇ ਹਾਂ ਕਿ ਜਿਹੜੀ ਸੀਕੁਐਂਸ an ਬਣ ਰਹੀ ਹੈ ਇਫ ਇਟ ਇਜ਼ ਨਾਟ ਕਨਵਰਜਿੰਗ ਟੂ 0 ਦੈਨ ਸੀਰੀਜ਼ ਡਜ਼ ਨਾਟ ਕਨਵਰਜ। ਜਿਵੇਂ ਸਾਡੇ ਕੋਲ 4th ਸਮ ਹੈ, ਜਦੋਂ ਅਸੀਂ ਡਾਇਵਰਜੈਂਸ ਚੈੱਕ ਕਰਨੀ ਹੈ ਅਸੀਂ ਜਿਹੜੀ ਸੀਕੁਐਂਸ ਹੋਏਗੀ an ਉਹਦੀ ਗੱਲ ਕਰਾਂਗੇ। ਜਿਵੇਂ ਸਾਡੇ ਕੋਲ ਜਿਹੜੀ ਸੀਕੁਐਂਸ an log n ਬਣ ਰਹੀ ਹੈ log n is not approaches to 0 as n approaches to infinity।
ਸੋ ਬਾਏ ਡਾਇਵਰਜੈਂਸ ਟੈਸਟ ਦਿਸ ਸੀਰੀਜ਼ ਡਾਇਵਰਜ। ਇਹ ਸਾਰੇ ਟੈਸਟ ਜਿਹੜੇ ਨੇ ਲਾਸਟ 2 ਲੈਕਚਰ ਦੇ ਵਿੱਚ ਕਰਵਾਏ ਹੋਏ ਨੇ, ਇਹਨਾਂ ਦੀਆਂ ਸਟੇਟਮੈਂਟਸ, ਇਹਨਾਂ ਦੀਆਂ ਕੰਡੀਸ਼ਨ। ਜੇ ਤੁਸੀਂ ਉਹ ਲੈਕਚਰਸ ਨਹੀਂ ਦੇਖੇ ਪਲੀਜ਼ ਪਹਿਲਾਂ ਉਹ ਲੈਕਚਰਸ ਦੇਖ ਲਓ, ਤਾਂ ਕਿ ਤੁਹਾਨੂੰ ਇਹ ਜਿਹੜੇ ਸਮਸ ਨੇ ਇਹਨਾਂ ਦਾ ਮੈਥਡ ਕਲੀਅਰ ਹੋ ਜਾਏ ਕਿ ਅਸੀਂ ਕਿਵੇਂ ਸਿਲੈਕਟ ਕਰ ਰਹੇ ਹਾਂ ਅਤੇ ਕਿਵੇਂ ਜਿਹੜੇ ਸਮ ਦੀ ਕਨਵਰਜੈਂਸ ਡਾਇਵਰਜੈਂਸ ਚੈੱਕ ਕਰ ਰਹੇ ਹਾਂ। ਨੈਕਸਟ ਟੈਸਟ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਸਾਡੇ ਕੋਲ ਇੰਟੈਗਰਲ ਟੈਸਟ। ਇੰਟੈਗਰਲ ਟੈਸਟ ਕੀ ਕਹਿੰਦਾ ਹੈ ਕਿ ਸੀਰੀਜ਼ AN ਐਂਡ ਇੰਟੈਗਰਲ FX ਕਨਵਰਜ ਔਰ ਡਾਈਵਰਜ ਟੂਗੈਦਰ। ਸੋ ਇੰਟੈਗਰਲ ਟੈਸਟ ਅਸੀਂ ਉਹ ਸੀਰੀਜ਼ 'ਤੇ ਅਪਲਾਈ ਕਰਾਂਗੇ ਜਿੱਥੇ ਸਾਨੂੰ ਡਾਇਰੈਕਟ ਕੁਛ ਇੰਟੈਗਰੇਸ਼ਨ ਮਿਲ ਰਹੀ ਹੋਏਗੀ। ਜਿਹੜੇ ਫੈਕਟੋਰੀਅਲ ਨੇ, ਫੈਕਟੋਰੀਅਲ ਪਾਵਰ 'ਚ x, ਇਹ ਜਿਹੜੇ ਨੇ ਇੰਟੈਗਰੇਸ਼ਨ ਲਈ ਪ੍ਰੋਬਲਮੈਟਿਕ ਹੋ ਸਕਦੇ ਨੇ। ਸੋ ਇਹ ਜਿਹੜੇ ਨੇ ਨਾਈਸਲੀ ਇੰਟੈਗਰੇਸ਼ਨ ਨਾਲ ਡੀਲ ਨਹੀਂ ਕਰਦੇ। ਸੋ ਇਸ ਕਰਕੇ ਇਹਨਾਂ ਨੂੰ ਅਸੀਂ ਅਵੋਇਡ ਕਰਾਂਗੇ। ਇੰਟੈਗਰਲ ਟੈਸਟ ਅਸੀਂ ਉਦੋਂ ਹੀ ਯੂਜ਼ ਕਰਾਂਗੇ ਜਦੋਂ ਸਾਨੂੰ ਡਾਇਰੈਕਟਲੀ ਇੰਟੈਗਰੇਸ਼ਨ ਕੁਛ ਮਿਲ ਰਹੀ ਹੋਏਗੀ। ਫੋਰ ਐਗਜ਼ਾਮਪਲ ਜਿਵੇਂ ਸਾਡੇ ਕੋਲ ਸੈਕਿੰਡ ਸੀਰੀਜ਼ ਹੈ, ਜੇ ਅਸੀਂ ਇਹਨੂੰ ਇੰਟੈਗਰਲ 'ਚ ਕਨਵਰਟ ਕਰਦੇ ਹਾਂ x e raised power minus ax square dx 1 to t where limit t approaches to infinity। ਸੋ ਇਹਦੀ ਜਦੋਂ ਤੁਸੀਂ ਇੰਟੈਗਰੇਸ਼ਨ ਸੋਲਵ ਕਰੋਗੇ ਤੁਹਾਡੇ ਕੋਲ ਇੰਟੈਗਰੇਸ਼ਨ ਸੋਲਵ ਕਰਕੇ ਆ ਜਾਏਗੀ 1 to t 1/2 to x e raised power minus x square dx which will be equal to -1/2 e raised power minus x square limit 1 to t and limit t approaches to infinity. This will be equal to -1/2 e raised power minus t square e raised power minus 1। ਸੋ ਇਹਨੂੰ ਜਦੋਂ ਅਸੀਂ ਸੋਲਵ ਕਰਾਂਗੇ ਇਹ ਜਿਹੜਾ ਸਾਡਾ ਇੰਟੈਗਰਲ ਹੈ ਇਹ ਕਨਵਰਜ ਕਰ ਜਾਏਗਾ। ਸੋ ਇਫ ਦਿਸ ਇੰਟੈਗਰਲ ਕਨਵਰਜ then series is also converge। ਸੋ ਬਾਈ ਇੰਟੈਗਰਲ ਟੈਸਟ ਜਿਹੜੀ ਸੀਰੀਜ਼ ਹੈ ਕਨਵਰਜੈਂਟ ਹੋ ਜਾਏਗੀ। ਸੇਮ ਸਾਡੇ ਕੋਲ ਸੀਰੀਜ਼ ਜਿਹੜੀ ਹੈ 15th ਸੀਰੀਜ਼ ਹੈ। ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਹਦਾ ਜਿਹੜਾ ਡੈਰੀਵੇਟਿਵ ਹੈ n² + 1 ਦੀ ਸਕੇਅਰ ਦਾ ਉਹ ਉੱਪਰ ਪਿਆ ਹੋਇਆ ਹੈ। ਸਾਡੇ ਕੋਲ ਇੰਟੈਗਰੇਸ਼ਨ 'ਚ ਫਾਰਮੂਲਾ ਹੁੰਦਾ ਹੈ ਕਿ ਜੇ ਕਿਸੇ ਫੰਕਸ਼ਨ ਦਾ ਡੈਰੀਵੇਟਿਵ ਉਹਦੇ ਨਾਲ ਪਿਆ ਹੈ ਤੇ ਉਹਦੀ ਇੰਟੈਗਰੇਸ਼ਨ ਦੀ ਪਾਵਰ ਰੇਜ਼ ਹੋ ਜਾਂਦੀ ਹੈ। ਦਿਸ ਵਿਲ ਬੀ ਇਕੁਅਲ ਟੂ ਲਿਮਿਟ n ਅਪਰੋਚਸ ਟੂ ਇਨਫਿਨਿਟੀ x² + 1 ਰੇਜ਼ ਪਾਵਰ -2 dx limit 1 to t। so limit t approaches to infinity, ਇਹਨੂੰ 2 ਨਾਲ ਮਲਟੀਪਲਾਈ ਕਰ ਲਈਏ, 2 ਨਾਲ ਡਿਵਾਈਡ ਕਰ ਲਾਂਗੇ। ਸੋ ਇਹਦਾ ਡੈਰੀਵੇਟਿਵ ਨਾਲ ਹੈ। ਸੋ 1/2 x² + 1 ਰੇਜ਼ ਪਾਵਰ -1 over -1 limits from 1 to t where t approaches to infinity। limit t approaches to infinity 1/2 -1 over x² + 1 to t। so this will be equal to limit t approaches to infinity 1/2 -1 over t² + 1 + 1/2। ਸੋ ਜਦੋਂ ਤੁਸੀਂ t ਦੀ ਵੈਲਿਊ ਫਿਲ ਕਰੋਗੇ ਤੁਸੀਂ ਦੇਖੋਗੇ ਕਿ ਇਹ ਇੰਟੈਗਰਲ ਜਿਹੜਾ ਹੈ ਉਹ ਕਨਵਰਜ ਕਰ ਜਾਏਗਾ, ਇਨਫਿਨਿਟੀ ਨੂੰ ਡਾਈਵਰਜ ਨਹੀਂ ਕਰੇਗਾ। ਸੋ ਬਾਈ ਇੰਟੈਗਰਲ ਟੈਸਟ ਇਹ ਜਿਹੜਾ ਇੰਟੈਗਰਲ ਹੈ ਇਹ ਵੀ ਕਨਵਰਜ ਹੋ ਜਾਏਗਾ। ਸੋ ਜੇ ਅਸੀਂ ਦੇਖੀਏ ਕਿ ਸਾਡੇ ਕੋਲ ਜਿਹੜੀਆਂ ਸੀਰੀਜ਼ ਨੇ, ਜਿਵੇਂ ਫੈਕਟੋਰੀਅਲ ਵਾਲੀ ਸੀਰੀਜ਼ ਅਸੀਂ ਜੇ ਇੰਟੈਗਰਲ ਟੈਸਟ ਲਵਾਉਂਦੇ ਹਾਂ ਤਾਂ ਫੈਕਟੋਰੀਅਲ ਦੀ ਇੰਟੈਗਰੇਸ਼ਨ ਸਾਡੇ ਕੋਲ ਡਿਫਾਈਨਡ ਨਹੀਂ ਹੈ। ਅਲਟਰਨੇਟਿੰਗ ਸੀਰੀਜ਼ 'ਤੇ -1 ਰੇਜ਼ ਪਾਵਰ x ਦੀ ਜਦੋਂ ਅਸੀਂ ਇੰਟੈਗਰੇਸ਼ਨ ਕਰਾਂਗੇ ਉਹਦੀ ਜਦੋਂ ਸਾਨੂੰ ਲਿਮਿਟ t ਅਪਰੋਚਸ ਟੂ ਇਨਫਿਨਿਟੀ ਲੈਣੀ ਪਏਗੀ ਉੱਥੇ ਵੀ ਪ੍ਰੋਬਲਮੈਟਿਕ ਹੋਏਗੀ। ਸੋ ਇੰਟੈਗਰਲ ਟੈਸਟ ਅਸੀਂ ਉਦੋਂ ਹੀ ਯੂਜ਼ ਕਰਦੇ ਹਾਂ ਜਦੋਂ ਸਾਨੂੰ ਕਿਸੇ ਸੀਰੀਜ਼ ਦੀ ਇੰਟੈਗਰੇਸ਼ਨ ਬੜੀ ਈਜ਼ੀਲੀ ਦਿਖਾਈ ਦੇ ਰਹੀ ਹੋਵੇ। ਸੋ ਨੈਕਸਟ ਟੈਸਟ ਜਿਹੜਾ ਸਾਡੇ ਕੋਲ ਹੈ ਉਹ ਹੈ ਕੰਪੈਰੀਜ਼ਨ ਟੈਸਟ। ਕੰਪੈਰੀਜ਼ਨ ਟੈਸਟ ਨੂੰ ਅਪਲਾਈ ਕਰਨ ਲਈ ਸਾਡੇ ਕੋਲ ਕੁਛ ਨਾ ਕੁਛ ਕੰਪੇਅਰ ਕਰਨ ਲਈ ਜ਼ਰੂਰ ਹੋਣਾ ਚਾਹੀਦਾ ਹੈ। ਸੋ ਕੰਪੇਅਰ ਕਰਨ ਲਈ ਸਾਡੇ ਕੋਲ ਦੋ ਜਿਹੜੀਆਂ ਸਪੈਸ਼ਲ ਸੀਕੁਐਂਸ ਨੇ ਉਹ ਹੈ ਜਿਓਮੈਟ੍ਰਿਕ ਸੀਰੀਜ਼ ਅਤੇ p ਸੀਰੀਜ਼। ਇਹਨਾਂ ਦੋਵਾਂ ਨਾਲ ਕੰਪੇਅਰ ਕਰਕੇ ਅਸੀਂ ਕਿਸੇ ਸੀਰੀਜ਼ ਦੀ ਕਨਵਰਜੈਂਸ ਡਾਇਵਰਜੈਂਸ ਚੈੱਕ ਕਰ ਸਕਦੇ ਹਾਂ। ਬਟ ਫੈਕਟੋਰੀਅਲ n ਪਾਵਰ n ਨੂੰ ਜਿਹੜਾ ਕੰਪੇਅਰ ਕਰਨਾ ਹੈ ਬਹੁਤ ਡਿਫਿਕਲਟ ਹੋ ਜਾਏਗਾ।
ਸੋ ਅਸੀਂ ਜਦੋਂ ਕੰਪੈਰੀਜ਼ਨ ਟੈਸਟ ਅਪਲਾਈ ਕਰਨਾ ਹੈ, ਦੇਖਣਾ ਕਿ ਜੇ ਸਾਡੇ ਕੋਲ ਡਾਇਰੈਕਟ ਕੁਛ ਲੈਸ ਦੈਨ 1/bn ਬਣ ਰਿਹਾ ਹੈ ਤਾਂ ਦੈਨ ਅਸੀਂ ਕੰਪੈਰੀਜ਼ਨ ਟੈਸਟ ਅਪਲਾਈ ਕਰ ਦਾਂਗੇ। ਫੋਰ ਐਗਜ਼ਾਮਪਲ ਜਿਵੇਂ ਸਾਡੇ ਕੋਲ 5th ਸਮ ਹੈ, ਨਾਓ n/n³ + 1। ਸੋ ਅਸੀਂ ਡਿਨੋਮੀਨੇਟਰ ਚੋਂ ਨੂਮੀਨੇਟਰ ਦੀ ਪਾਵਰ ਮਾਈਨਸ ਕਰੀਏ, ਸੋ ਕਲੀਅਰਲੀ ਅਸੀਂ ਦੇਖ ਸਕਦੇ ਹਾਂ ਦਿਸ ਇਜ਼ ਲੈਸ ਦੈਨ 1/n²। ਸੋ ਇਹ ਜਿਹੜਾ n³ + 1/n² ਜੇ ਅਸੀਂ ਇਹਨੂੰ an ਤੇ bn ਮੰਨ ਲਈਏ, ਇਹ ਬਹੁਤ ਮੈਟਰ ਕਰੇਗਾ। 1/an ਸ਼ੁੱਡ ਬੀ ਲੈਸ ਦੈਨ bn, ਤਾਂ ਹੀ ਅਸੀਂ ਜਿਹੜੇ ਆ ਕਨਵਰਜੈਂਸ ਦਾ ਟੈਸਟ ਅਪਲਾਈ ਕਰ ਸਕਾਂਗੇ। ਨਾਓ ਬਾਈ p ਟੈਸਟ ਦਿਸ ਸੀਰੀਜ਼ ਕਨਵਰਜੈਂਟ, ਸੋ ਦਿਸ ਸੀਰੀਜ਼ ਆਲਸੋ ਕਨਵਰਜੈਂਟ। ਸੋ ਇੱਕ ਸਾਡੇ ਕੋਲ ਫਿਰ ਆ ਜਾਂਦਾ ਹੈ ਲਿਮਿਟ ਕੰਪੈਰੀਜ਼ਨ ਟੈਸਟ, ਜਦੋਂ ਸਾਡੇ ਕੋਲ ਡਾਇਰੈਕਟ ਕੰਪੈਰੀਜ਼ਨ ਲਈ ਸੀਰੀਜ਼ ਨਾ ਬਣ ਸਕੇ। ਫੋਰ ਐਗਜ਼ਾਮਪਲ ਜਿਵੇਂ ਸਾਡੇ ਕੋਲ 6 ਸਮ ਹੈ, ਇੱਥੇ ਅਸੀਂ ਡਾਇਰੈਕਟ ਕੰਪੈਰੀਜ਼ਨ ਟੈਸਟ ਕਿਉਂ ਅਪਲਾਈ ਨਹੀਂ ਕੀਤਾ ਤੇ ਲਿਮਿਟ ਕੰਪੈਰੀਜ਼ਨ ਟੈਸਟ ਕਿਉਂ ਅਪਲਾਈ ਕਰ ਰਹੇ ਹਾਂ, ਇੱਥੇ ਸਾਨੂੰ ਇਹ ਜਿਹੜੀ ਪ੍ਰੋਬਲਮ ਆ ਰਹੀ ਹੈ, ਇਹ ਸਟੈਂਡਰਡ ਜਿਹੜੀ ਸੀਰੀਜ਼ ਹੈ 1/np ਉਹਦੇ ਨਾਲੋਂ ਲੈਸ ਨਹੀਂ ਹੋ ਰਿਹਾ, ਇਸ ਕਰਕੇ ਸਾਨੂੰ ਡਾਇਰੈਕਟ ਕੰਪੈਰੀਜ਼ਨ ਕਰਨ ਵਿੱਚ ਪ੍ਰੋਬਲਮ ਆਏਗੀ। ਬਿਕੋਜ਼ n⁻⁴ - n² is less than 1n⁴, so 1/n⁴ - n² greater than 1/n⁴। ਸੋ ਡਾਇਰੈਕਟ ਜਿਹੜੀ n⁻p ਸੀਰੀਜ਼ ਹੈ ਉਹਦੇ ਨਾਲ ਕੰਪੇਅਰ ਕਰਨ 'ਚ ਪ੍ਰੋਬਲਮ ਆ ਰਹੀ ਹੈ। ਸੋ ਇਹਦੇ ਲਈ ਅਸੀਂ ਕੀ ਕਰਾਂਗੇ, ਲਿਮਿਟ ਕੰਪੈਰੀਜ਼ਨ ਟੈਸਟ ਜਿਹੜਾ ਅਪਲਾਈ ਕਰਾਂਗੇ। ਸੋ ਉਹਦੇ ਲਈ ਅਸੀਂ ਰਿਜ਼ਲਟ ਪੜ੍ਹ ਚੁੱਕੇ ਹਾਂ। ਜਦੋਂ ਅਸੀਂ bn ਸਿਲੈਕਟ ਕਰਨੀ ਹੈ ਤੇ bn ਸਿਲੈਕਟ ਕਰਨ ਲਈ ਅਸੀਂ ਕੀ ਕਰਦੇ ਹਾਂ, ਪਾਵਰ ਜਿਹੜੀ p ਹੈ ਉਹ ਸਾਡੇ ਕੋਲ ਆਏਗੀ ਡਿਗਰੀ ਆਫ ਡਿਨੋਮੀਨੇਟਰ ਮਾਈਨਸ ਡਿਗਰੀ ਆਫ ਨੂਮੀਨੇਟਰ। ਦਿਸ ਵਿਲ ਬੀ ਇਕੁਅਲ ਟੂ 4 - 3/2 ਵਿਚ ਇਜ਼ 5/2। ਸੋ bn ਅਸੀਂ ਲਵਾਂਗੇ 1/n⁵5/2। ਸੋ an/bn ਜਦੋਂ ਅਸੀਂ ਸੋਲਵ ਕਰਾਂਗੇ 1/n⁵5/2 ਇੰਟੂ square root of n³ plus n/n⁴ - n² just to infinity ਲੈਕੇ n⁵5/2 into n⁵3/2 1 plus 1/n² √ n⁴ ਕਾਮਨ ਕੱਢ ਲੈਂਦੇ ਆ 1 - 1/n²। ਸੋ ਸੋਲਵ ਕਰਕੇ ਸਾਡੇ ਕੋਲ 1 ਆ ਜਾਏਗਾ ਵਿਚ ਇਜ਼ ਗ੍ਰੇਟਰ ਦੈਨ 0 ਐਂਡ ਫਾਈਨਾਈਟ। ਸੋ an ਤੇ bn ਦਾ ਬਿਹੇਵੀਅਰ ਸੇਮ ਹੋਏਗਾ। ਬਾਈ p ਟੈਸਟ bn ਇਜ਼ ਕਨਵਰਜਿੰਗ, ਸੋ ਦਿਸ ਸੀਰੀਜ਼ ਆਲਸੋ ਕਨਵਰਜ। ਸੋ ਇਹ ਹੈ ਲਿਮਿਟ ਕੰਪੈਰੀਜ਼ਨ ਟੈਸਟ ਤੇ ਡਾਇਰੈਕਟ ਕੰਪੈਰੀਜ਼ਨ ਟੈਸਟ। ਨੈਕਸਟ ਸਾਡੇ ਕੋਲ ਹੈ ਰੂਟ ਟੈਸਟ। ਰੂਟ ਟੈਸਟ ਅਪਲਾਈ ਕਰਨ ਲਈ ਸਾਡੇ ਕੋਲ ਜਿਹੜਾ ਬੈਸਟ ਮੈਥਡ ਹੈ, ਅਸੀਂ ਦੇਖਦੇ ਹਾਂ ਕਿ ਜੇ ਸੀਰੀਜ਼ ਹੈ ਪਾਵਰ n ਦੇ ਵਿੱਚ ਸਾਨੂੰ ਦਿਖ ਰਹੀ ਹੈ ਤੇ ਅਸੀਂ ਰੂਟ ਟੈਸਟ ਅਪਲਾਈ ਕਰਾਂਗੇ। ਬਟ ਇੱਥੇ ਅਸੀਂ ਇੱਕ ਮਿਸਟੇਕ ਨਹੀਂ ਕਰਨੀ, ਜਿਵੇਂ ਸਾਡੇ ਕੋਲ ਲਿਬਨੀਜ਼ ਟੈਸਟ ਦੇ ਵਿੱਚ -1/n ਹੈ, ਸਿਰਫ ਪਾਵਰ n ਅਲਟਰਨੇਟਿੰਗ ਸੀਰੀਜ਼ ਦੇਖ ਕੇ ਅਸੀਂ ਰੂਟ ਟੈਸਟ ਅਪਲਾਈ ਨਹੀਂ ਕਰਨਾ। ਰੂਟ ਟੈਸਟ ਦੇ ਲਈ ਸਾਡੇ ਕੋਲ ਸਾਰੀ ਟਰਮ ਜਿਹੜੀ ਹੈ ਉਹਦੀ ਪਾਵਰ ਜਿਹੜੀ ਹੈ n ਹੋਣੀ ਚਾਹੀਦੀ ਹੈ, ਜਿਵੇਂ 3n + 1/2 n ਐਂਡ 1/log n⁻n। ਸੋ ਇਹ ਦੋ ਸੀਰੀਜ਼ ਜਿਹੜੀਆਂ ਨੇ ਇਹਨਾਂ ਤੇ ਅਸੀਂ ਰੂਟ ਟੈਸਟ ਅਪਲਾਈ ਕਰਾਂਗੇ। 7th ਸਮ ਨੂੰ ਅਸੀਂ ਸੋਲਵ ਕਰੀਏ, an⁻1/n limit n approaches to infinity, this will be equal to 3n + 1/2 limit n approaches to infinity 3 + 1/n over 2 limit n approaches to infinity is equal to 3/2 which is greater than 1. So by root test this series diverge. Next ਸਾਡੇ ਕੋਲ ਜਿਹੜਾ ਸਮ ਹੈ 11th ਸਮ, an⁻1/n limit n approaches to infinity 1/log n limit n approaches to infinity, so this will equal to 0. So by root test this is less than 1, so this series converges. So next ਸਾਡੇ ਕੋਲ ਰਹਿ ਜਾਂਦਾ ਹੈ ਰੇਸ਼ੋ ਟੈਸਟ। ਰੇਸ਼ੋ ਟੈਸਟ ਲਈ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈ, ਰੇਸ਼ੋ ਟੈਸਟ ਜਿਹੜਾ ਹੈ ਸਭ ਤੋਂ ਬੈਟਰ ਵਰਕ ਕਰਦਾ ਹੈ ਫੈਕਟੋਰੀਅਲਸ ਦੇ ਨਾਲ। ਰੇਸ਼ੋ ਟੈਸਟ ਤੇ ਜਿਓਮੈਟ੍ਰਿਕ ਸੀਰੀਜ਼ ਟੈਸਟ ਦੇ ਵਿੱਚ ਕਨਫਿਊਜ਼ ਨਹੀਂ ਹੋਣਾ।
ਜਿਮੈਟ੍ਰਿਕ ਸੀਰੀਜ਼ ਟੈਸਟ ਜਿਹੜਾ ਹੈ ਉਹਦੇ ਵਿੱਚ ਇੱਕ ਫਿਕਸਡ ਰੇਸ਼ੋ ਹੁੰਦੀ ਹੈ, ਜਿਵੇਂ ਸਾਡੇ ਕੋਲ ਇਹ ਸਮ ਹੈ ਐਂਡ ਇਹ ਸਮ ਹੈ, ਬਟ ਰੇਸ਼ੋ ਟੈਸਟ ਵਿੱਚ ਕੁਛ ਨਾ ਕੁਛ ਸਾਡੇ ਕੋਲ ਡਿਨੋਮੀਨੇਟਰ ਦੇ ਵਿੱਚ ਫੈਕਟੋਰੀਅਲ ਹੋਏਗਾ, ਜਿਹਦੇ ਕਰਕੇ ਇੱਕ ਫਿਕਸਡ ਰੇਸ਼ੋ ਨਹੀਂ ਬਣ ਪਾਉਂਦੀ। ਜਿਵੇਂ ਕਿ ਸਾਡੇ ਕੋਲ 10th ਸਮ ਹੈ, ਇਹ ਤਾਂ ਫਿਕਸ ਰੇਸ਼ੋ ਹੋ ਜਾਏਗੀ, ਬਟ ਇਹ ਫਿਕਸ ਰੇਸ਼ੋ ਦੀ ਵਿੱਚ ਪ੍ਰੋਬਲਮ ਕ੍ਰੀਏਟ ਕਰੇਗਾ। ਸਿਮਿਲਰਲੀ 12th ਸਮ ਹੈ, ਸੋ 10th ਸਮ ਅਤੇ ਜਿਹੜਾ 12th ਸਮ ਹੈ ਇਹ ਰੇਸ਼ੋ ਟੈਸਟ ਨਾਲ ਸੋਲਵ ਹੋਣਗੇ। ਸੋ ਜਿਵੇਂ ਅਸੀਂ 10th ਸਮ ਸੋਲਵ ਕਰਦੇ ਹਾਂ, ਲਿਮਿਟ n ਅਪਰੋਚਿਸ ਟੂ ਇਨਫਿਨਿਟੀ an plus 1 over an, this will be equal to x raised power n plus 1 over factorial n plus 1 into factorial n over x, which will be equal to limit n approaches to infinity x over n plus 1. So limit n approaches to infinity होएगा, so this will be equal to 0. So by ratio test this series converges. Next ਸਾਡੇ ਕੋਲ ਜਿਹੜੀ 12th series है, limit n approaches to infinity 3 raised power n plus 1 over factorial n plus 1 into factorial n over 3 raised power n. This will be equal to limit n approaches to infinity 3 n plus 1. As limit approaches to infinity, this will be equal to 0. So by ratio test this series also converges. ਸੋ ਨੈਕਸਟ ਸਾਡੇ ਕੋਲ ਦੋ ਸੀਰੀਜ਼ ਰਹਿ ਗਈਆਂ ਨੇ, 8th ਐਂਡ 9th ਸੀਰੀਜ਼। ਇਹਨਾਂ ਨੂੰ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਹ ਸੀਰੀਜ਼ ਜਿਹੜੀ ਸਾਡੇ ਕੋਲ ਨੇ ਦੋ ਸੀਰੀਜ਼ ਦੇ ਪਾਰਟ ਬਣ ਰਹੀਆਂ ਨੇ, 1 over n 2/3 raised power n sin n theta n raised power p p greater than 0। ਸੋ ਇਹ ਜਿਹੜੀਆਂ ਸੀਰੀਜ਼ ਨੇ ਇਹਨਾਂ ਲਈ ਸਾਡੇ ਕੋਲ ਸਪੈਸ਼ਲ ਦੋ ਟੈਸਟ ਨੇ ਜਿਹੜੇ ਅਸੀਂ ਲਾਸਟ ਤੇ ਕੀਤੇ ਸੀ, ਉਹ ਸੀ ਏਬਲ ਟੈਸਟ ਤੇ ਡਿਰਿਚਲਟ ਟੈਸਟ। ਉਹ ਦੋਵੇਂ ਟੈਸਟ ਯੂਜ਼ ਕਰਕੇ ਅਸੀਂ ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜਦੋਂ ਵੀ ਸਾਡੇ ਕੋਲ ਦੋ ਸੀਰੀਜ਼ ਦੇ ਫਾਰਮ 'ਚ ਆ ਜਾਣਗੇ, ਸਾਡੀ ਫਸਟ ਅਟੈਂਪਟ ਇਹੀ ਹੋਏਗੀ ਕਿ ਅਸੀਂ ਏਬਲ ਟੈਸਟ ਜਾਂ ਡਿਰਿਚਲਟ ਟੈਸਟ ਨਾਲ ਇਹਨਾਂ ਨੂੰ ਸੋਲਵ ਕਰੀਏ। ਫੋਰ ਐਗਜ਼ਾਮਪਲ ਜਿਵੇਂ ਸਾਡੇ ਕੋਲ 8th ਸਮ ਹੈ, ਸਮੇਸ਼ਨ 1 over n 2/3 raised power n। ਸੋ ਕਲੀਅਰਲੀ ਇਹ ਜਿਹੜੀ ਹੈ ਜਿਮੈਟ੍ਰਿਕ ਸੀਰੀਜ਼ ਬਣ ਰਹੀ ਹੈ ਐਂਡ ਰੇਸ਼ੋ ਇਜ਼ ਲੈਸ ਦੈਨ 1, ਸੋ ਇਹ ਕਨਵਰਜ ਕਰ ਰਹੀ ਹੈ। ਇੱਕ ਸੀਰੀਜ਼ ਸਾਨੂੰ ਕਨਵਰਜਨ ਮਿਲ ਗਈ ਹੈ, ਦੂਸਰੀ ਸੀਰੀਜ਼ ਜਿਹੜੀ ਹੈ ਜੇ ਉਹ ਬਾਉਂਡਿਡ ਐਂਡ ਮੋਨੋਟੋਨਿਕ ਹੋਗੀ, ਦੈਨ ਬਾਈ ਏਬਲ ਟੈਸਟ ਦਿਸ ਸੀਰੀਜ਼ ਵਿਲ ਬੀ ਕਨਵਰਜਨ। ਸੋ ਇਹ ਸਾਨੂੰ ਪਤਾ ਹੈ ਕਿ ਜਿਹੜੀ 1 over n ਸੀਰੀਜ਼ ਹੈ ਇਹ ਮੋਨੋਟੋਨਿਕਲੀ ਡਿਕਰੀਜ਼ਿੰਗ ਸੀਕੁਐਂਸ ਹੈ ਐਂਡ ਇਟ ਇਜ਼ ਆਲਸੋ ਬਾਉਂਡਿਡ 0 to 1 ਦੇ ਵਿੱਚ ਇਹ ਲਾਈ ਕਰਦੀ ਹੈ। ਸੋ ਬਾਈ ਏਬਲ ਟੈਸਟ ਇਹ ਸੀਰੀਜ਼ ਜਿਹੜੀ ਹੈ ਇਹ ਕਨਵਰਜੈਂਟ ਹੋ ਜਾਏਗੀ, ਕਿਉਂਕਿ ਇਹ ਸੀਰੀਜ਼ ਬਾਉਂਡਿਡ ਹੈ, ਮੋਨੋਟੋਨਿਕਲੀ ਡਿਕਰੀਜ਼ਿੰਗ ਹੈ, ਇਹ ਸੀਰੀਜ਼ ਕਨਵਰਜੈਂਟ ਹੈ। ਸੋ ਬਾਈ ਏਬਲ ਟੈਸਟ ਦਿਸ ਸੀਰੀਜ਼ ਇਜ਼ ਕਨਵਰਜੈਂਟ। ਨੈਕਸਟ ਸਾਡੇ ਕੋਲ 9th ਸਮ ਹੈ, sin n ਥੀਟਾ। ਕਲੀਅਰਲੀ ਇਹ ਜਿਹੜੀ ਹੈ ਮੋਨੋਟੋਨਿਕ ਤਾਂ ਨਹੀਂ ਹੋਏਗੀ, ਕਿਉਂਕਿ ਸਾਈਨ ਦਾ ਗ੍ਰਾਫ ਸਾਨੂੰ ਪਤਾ ਹੈ ਇਹ ਇਨਕਰੀਜ਼ ਡਿਕਰੀਜ਼ ਕਰਦਾ ਰਹਿੰਦਾ ਹੈ, ਸੋ ਇਹ ਮੋਨੋਟੋਨਿਕ ਨਹੀਂ ਹੋਏਗੀ। ਸੋ ਇਹ 'ਤੇ ਅਸੀਂ ਡਿਰਿਚਲਟ ਟੈਸਟ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ। 1 over n raised power p, this series converges to 0 as n approaches to infinity। ਡਿਰਿਚਲਟ ਟੈਸਟ ਦੀ ਇੱਕ ਸੀਰੀਜ਼ ਦੀ ਜਿਹੜੀ ਕੰਡੀਸ਼ਨ ਹੈ ਕਿ ਉਹ 0 ਨੂੰ ਕਨਵਰਜ ਕਰਨੀ ਚਾਹੀਦੀ ਹੈ, ਉਹ ਤਾਂ ਕਲੀਅਰ ਹੈ। ਨੈਕਸਟ ਜਿਹੜੀ ਸੈਕਿੰਡ ਸੀਰੀਜ਼ ਹੈ ਉਹਦੇ ਜਿਹੜੇ ਪਾਰਸ਼ੀਅਲ ਸਮਸ ਨੇ ਉਹ ਬਾਉਂਡਡ ਹੋਣੇ ਚਾਹੀਦੇ ਨੇ। ਸਪੋਜ਼ ਅਸੀਂ ਪਾਰਸ਼ੀਅਲ ਸਮ ਲੈਂਦੇ ਹਾਂ, ਸੋ ਔਨ ਟੂ an, ਦਿਸ ਵਿਲ ਬੀ ਇਕੁਅਲ ਟੂ sin theta plus sin 2 theta plus so on to sin n theta। ਸੋ ਇਹ ਜਿਹੜਾ ਸਾਡੇ ਕੋਲ ਸਮ ਆ ਜਾਏਗਾ sin n theta plus theta by 2 sin n theta by 2 over sin theta by 2। this is less than equal to 1 by sin ਥੀਟਾ ਬਾਏ 2। ਸੋ ਇੱਥੇ ਸਾਡੇ ਕੋਲ ਦੋ ਕੰਡੀਸ਼ਨਸ ਨੇ। ਇਫ ਥੀਟਾ ਇਜ਼ ਇਕੁਅਲ ਟੂ 2k ਪਾਈ ਵੇਅਰ k ਇਜ਼ ਇੰਟੀਜਰ। ਸੋ ਇਹ ਜਿਹੜੀ ਹੈ ਸਾਈਨ n ਥੀਟਾ ਇਹਦੀ ਵੈਲਿਊ 0 ਹੋ ਜਾਏਗੀ। ਸੋ ਇਹ ਸੀਰੀਜ਼ ਜਿਹੜੀ ਹੈ ਕਨਵਰਜ ਕਰ ਜਾਏਗੀ, ਫਿਰ ਸਾਨੂੰ ਇਹ ਸਮ ਸੋਲਵ ਕਰਨ ਦੀ ਲੋੜ ਨਹੀਂ ਹੈ। ਇਫ ਥੀਟਾ ਇਜ਼ ਨਾਟ ਇਕੁਅਲ ਟੂ
2k पाई फिर k इज इंटीजर। फिर असी सम सॉल्व करांगे। इफ थीटा इज़ नॉट इक्वल k पाई ए जीरो नहीं होएगा, सो ये कोई ना कोई वैल्यू आएगी। सो दिस इज़ बाउंडेड। सो पार्शियल सम जिहड़े ने एस सीरीज़ दे वो बाउंडेड हो गए ने बाय डिरिचलेट टेस्ट दिस सीरीज़ कन्वर्जेंट। सो फ्रेंड्स ये सी कुछ रिजल्ट जिन्हां दे बेस ते असी सीरीज़ दी टैसट की सिलैक्शन कर सकते हैं। ये कोई रूल्स नहीं ने कि यही लगणगे, हो सकता है किसी होर चीज़ के किसी होर टैसट नाल भी तुसीं कन्वर्जेंस डाइवर्जेंस चैक कर सको। ये कुछ ट्रिक ने जिहड़े तुहाडे टाइम सेविंग लई बनाए गए ने ताकि तुसीं एग्जाम दे विच अपना टाइम सेव कर सको, अलग अलग टैसट नूं यूज़ करके अपना टाइम वेस्ट ना करो। जे तुहाडीਆਂ कोई सुजैशनस होण, तुहानूं लगदा होवे कि किसी होर सीरीज़ नूं इस तो बैटर वे नाल सॉल्व किया जा सकता है, तुसीं कमेंट बॉक्स के विच जरूर दस सकते हो। एक टैसट साडे कोल होर है, वो है गॉस टैसट। गॉस टैसट असीं मोस्टली उदों अप्लाई करते हैं जो साडे कोल रेशो टैसट, रैबिट टैसट, लोगरिथमिक टैसट वगैरह फेल हो जाते हैं, लिमिट की वैल्यू 1 होंदी है, फिर असीं यूज़ करते हैं। मोस्टली वैसे तुहाडे एग्जाम के जिहड़े सम पूछे गए हैं उन्हां विच गॉस टैसट अप्लाई नहीं हो रहा। सो आई होप कि तुहानूं ये लैक्चर साडा चंगा लगा होएगा। वीडियो नूं लाइक ते शेयर कर दिओ ते चैनल नूं सबसक्राइब कर लिओ। थैंक यू।